ਸਤਿ ਸ਼੍ਰੀ ਅਕਾਲ। ਪੰਜਾਬ ਤੱਕ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਤੁਹਾਡੇ ਨਾਲ ਮਨਜੀਤ ਸਹਿਗਲ। ਬੁਲੇਟਿਨ ਵਿੱਚ ਅੱਜ ਗੱਲ ਕਰਾਂਗੇ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੁਆਰਾ ਦਿੱਤੇ ਗਏ ਇੱਕ ਵਿਵਾदित ਬਿਆਨ ਨੂੰ लेकर ਕਿਉਂ ਉਹਨਾਂ ਨੇ ਕੇਂਦਰ ਦੀ ਸਰਕਾਰ ਨੂੰ ਅਨਡੈਮੋਕ੍ਰੈਟਿਕ ਕਰਾਰ ਦਿੱਤਾ। ਫਿਰ ਸਵਾਲ ਕਰਾਂਗੇ ਅਕਾਲੀ ਦਲ ਤੋਂ ਕਿਉਂ ਅਕਾਲੀ ਦਲ ਦੇ ਨੇਤਾ ਈਵੀਐਮ ਦੇ ਵਿਵਾदित ਬਿਆਨ ਨੂੰ ਸੁਣ ਕੇ ਵੀ ਚੁੱਪ ਨੇ। ਕਿਉਂ ਅਕਾਲੀ ਦਲ ਦੇ ਅਧਿਕਸ਼ ਸੁਖਬੀਰ ਬਾਦਲ ਜੋ ਉਸ ਵਕਤ ਅੰਮ੍ਰਿਤਸਰ ਵਿੱਚ ਮੌਜੂਦ ਸੀ ਚੁੱਪ ਰਹੇ। ਉਹਨਾਂ ਨੇ ਕਿਉਂ ਗਿਆਨੀ ਹਰਪ੍ਰੀਤ ਸਿੰਘ ਨੂੰ ਨਹੀਂ ਟੋਕਿਆ। ਫਿਰ ਆਖਿਰ ਵਿੱਚ ਆਪਾਂ 5 ਸਵਾਲ ਕਰਾਂਗੇ ਗਿਆਨੀ ਹਰਪ੍ਰੀਤ ਸਿੰਘ ਤੋਂ। ਆਓ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਗਿਆਨੀ ਹਰਪ੍ਰੀਤ ਸਿੰਘ ਦੁਆਰਾ ਦਿੱਤੇ ਗਏ ਇੱਕ ਵਿਵਾदित ਬਿਆਨ ਨੂੰ लेकर। ਦਰਅਸਲ ਮੰਗਲਵਾਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 100 ਸਾਲਾ ਸਮਾਰੋਹ ਨੂੰ ਅੰਮ੍ਰਿਤਸਰ ਵਿੱਚ ਆਯੋਜਿਤ ਕੀਤਾ ਗਿਆ ਸੀ। ਇਸ ਮੌਕੇ ਤੇ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਐਸਜੀਪੀਸੀ ਦੇ 100 ਸਾਲ ਦੇ ਵਿਰਸੇ ਦੀ ਗੱਲ ਕੀਤੀ। ਉਹਨਾਂ ਨੇ ਉਹਦਾ ਜਿਹੜਾ ਸਵਰਣਮਈ ਇਤਿਹਾਸ ਹੈ ਉਹਨੂੰ ਯਾਦ ਕੀਤਾ ਤੇ ਉਹਨਾਂ ਨੇ ਕਈ ਬੜੀ ਜ਼ਰੂਰੀ ਗੱਲਾਂ ਵੀ ਕੀਤੀਆਂ। ਉਹਨਾਂ ਨੇ ਸਿੱਖਾਂ ਦੇ ਆਪਸੀ ਭਾਈਚਾਰੇ ਦੀ, ਸਿੱਖਾਂ ਦੇ ਏਕੇ ਦੀ ਗੱਲ ਕੀਤੀ। ਉਹਨਾਂ ਨੇ ਫਿਰ ਇਹ ਵੀ ਗੱਲ ਕੀਤੀ ਕਿ ਸਾਰੇ ਸਿੱਖਾਂ ਨੂੰ ਹਮੇਸ਼ਾ ਯੂਨਾਈਟਿਡ ਰਹਿਣਾ ਚਾਹੀਦਾ ਕਿਉਂਕਿ ਕਈ ਤਾਕਤਾਂ ਸਿੱਖਾਂ ਨੂੰ ਵੰਡਣ ਵਿੱਚ ਲੱਗੀਆਂ ਹੋਈਆਂ ਨੇ। ਕਈ ਗੱਲਾਂ ਉਹਨਾਂ ਨੇ ਕਰੀਆਂ ਲੇਕਿਨ ਹਮੇਸ਼ਾ ਦੀ ਤਰ੍ਹਾਂ ਗਿਆਨੀ ਹਰਪ੍ਰੀਤ ਸਿੰਘ ਨੇ ਇੱਕ ਵੱਡਾ ਵਿਵਾदित ਬਿਆਨ ਵੀ ਦੇ ਦਿੱਤਾ। ਗਿਆਨੀ ਹਰਪ੍ਰੀਤ ਸਿੰਘ ਭਾਵਨਾਵਾਂ ਵਿੱਚ ਇੰਨਾ ਬਹਿ ਗਏ ਕਿ ਉਹਨਾਂ ਨੇ ਇਹ ਤੱਕ ਕਹਿ ਦਿੱਤਾ ਕਿ ਕੇਂਦਰ ਦੀ ਜਿਹੜੀ ਸਰਕਾਰ ਹੈ ਉਹ ਅਨਡੈਮੋਕ੍ਰੈਟਿਕ ਹੈ, ਲੋਕਤੰਤਰਿਕ ਹੈ ਕਿਉਂਕਿ ਉਹ ईएम ਦੇ ਰਾਹੀਂ ਚੁਣ ਕੇ ਆਈ ਹੈ। ਗਿਆਨੀ ਹਰਪ੍ਰੀਤ ਸਿੰਘ ਜੀ ਇਹ ਪਹਿਲੀ ਵਾਰ ਵਿਵਾदित ਬਿਆਨ ਨਹੀਂ ਦੇ ਰਹੇ ਨੇ। ਉਹਨਾਂ ਨੇ ਇसी ਸਾਲ ਜੂਨ ਦੇ ਮਹੀਨੇ ਵਿੱਚ ਸਰੇਆਮ ਖੁੱਲ੍ਹੇਆਮ ਖਾਲਿਸਤਾਨ ਦੀ ਮੰਗ ਵੀ ਕੀਤੀ ਸੀ। ਉਹਨਾਂ ਨੇ ਇਹ ਦੱਸਿਆ ਸੀ ਕਿ ਜੇ ਕੇਂਦਰ ਸਰਕਾਰ ਉਹਨਾਂ ਨੂੰ ਖਾਲਿਸਤਾਨ ਦਿੰਦੀ ਹੈ ਤਾਂ ਖਾਲਿਸਤਾਨ ਲੈਣ ਨੂੰ ਤਿਆਰ ਨੇ ਕਿਉਂਕਿ ਖਾਲਿਸਤਾਨ ਹਰ ਇੱਕ ਸਿੱਖ ਦੀ ਮੰਗ ਹੈ। ਉਸ ਤੋਂ ਪਹਿਲੇ ਉਹਨਾਂ ਨੇ ਰਾਸ਼ਟਰੀ ਸਵੈਮ ਸੇਵਕ ਸੰਘ ਯਾਨੀ RSS ਤੇ ਬੈਨ ਲਗਾਉਣ ਦੀ ਮੰਗ ਵੀ ਕੀਤੀ ਸੀ। ਉਹਨਾਂ ਨੇ ਇਹ ਦੱਸਿਆ ਸੀ ਕਿ RSS ਦੇਸ਼ ਨੂੰ ਵੰਡਣ ਵਿੱਚ ਲੱਗਿਆ ਹੋਇਆ ਹੈ ਤੇ RSS ਨੂੰ ਬੈਨ ਕਰਨੇ ਦੀ ਲੋੜ ਹੈ। ਗਿਆਨੀ ਹਰਪ੍ਰੀਤ ਸਿੰਘ ਹਮੇਸ਼ਾ ਵਿਵਾदित ਬਿਆਨ ਦਿੰਦੇ ਆਏ ਨੇ ਤੇ ਹੁਣ ਉਹਨਾਂ ਨੇ ਇੱਕ ਵਾਰ ਫਿਰ EVM ਨੂੰ लेकर ਦੀ ਵਿਸ਼ਵਸਨੀयता ਨੂੰ ਲੈ ਕੇ ਫਿਰ ਸਵਾਲ ਖੜੇ ਕੀਤੇ ਨੇ। ਆਖਿਰ ਵਿੱਚ ਹੁਣ ਆਪਾਂ 5 ਸਵਾਲ ਕਰਾਂਗੇ ਗਿਆਨੀ ਹਰਪ੍ਰੀਤ ਸਿੰਘ ਨੂੰ। ਗਿਆਨੀ ਹਰਪ੍ਰੀਤ ਸਿੰਘ ਜੀ ਪਹਿਲਾ ਸਵਾਲ ਸਾਡਾ ਡੈਮੋਕ੍ਰੇਸੀ ਨੂੰ ਲੈ ਕੇ ਹੈ। ਤੁਸੀਂ ਡੈਮੋਕ੍ਰੇਸੀ ਦੀ ਗੱਲ ਕੀਤੀ। ਤੁਸੀਂ ਇਹ ਦੱਸਿਆ ਕਿ ਕੇਂਦਰ ਦੀ ਜਿਹੜੀ ਗਵਰਨਮੈਂਟ ਹੈ ਉਹ ਅਨਡੈਮੋਕ੍ਰੈਟਿਕ ਹੈ ਕਿਉਂਕਿ ਉਹ ईएम ਦੇ ਰਾਹੀਂ ਚੁਣ ਕੇ ਆਈ ਹੈ। ਅਸੀਂ ਤੁਹਾਡੇ ਤੋਂ ਇੱਕ ਸਵਾਲ ਪੁੱਛਣਾ ਚਾਹੁੰਦੇ ਹਾਂ ਕਿ ਤੁਸੀਂ ਆਪਣੇ ਆਪ ਵੀ ਇੱਕ ਕਾਰਜਕਾਰੀ ਜਥੇਦਾਰ ਹੋ, ਤੁਸੀਂ ਚੁਣ ਕੇ ਨਹੀਂ ਆਏ ਹੋ, ਮਨੋਨੀਤ ਕੀਤੇ ਗਏ ਹੋ ਤੇ ਫਿਰ ਤੁਸੀਂ EVM ਦੀ ਗੱਲ ਕਰ ਰਹੇ ਹੋ। ਕੀ ਤੁਸੀਂ ਇਹ ਸਵਾਲ ਸੁਖਬੀਰ ਸਿੰਘ ਬਾਦਲ ਤੇ ਫਾਰਮਰ ਯੂਨੀਅਨ ਮਿਨਿਸਟਰ ਹਰਸਿਮਰਤ ਕੌਰ ਬਾਦਲ ਤੇ ਕੀਤਾ? ਉਹ ਦੋਨਾਂ ਵੀ ਤਾਂ EVM ਦੇ ਰਾਹੀਂ ਚੁਣ ਕੇ ਪਹੁੰਚੇ ਸੀ ਤੇ ਸੈਂਟਰ ਵਿੱਚ ਉਹਨਾਂ ਨੇ ਜਿਹੜਾ ਕੈਬਨਿਟ ਮੰਤਰਾਲੇ ਥਾ ਉਹ ਵੀ ਹਾਸਲ ਕੀਤਾ ਸੀ। ਫਿਰ ਤੁਸੀਂ ਯੂਨਿਟੀ ਦੀ ਗੱਲ ਕਰਦੇ ਹੋ, ਤੁਸੀਂ ਸਮਾਨਤਾ ਦੀ ਗੱਲ ਕਰਦੇ ਹੋ। ਤੁਸੀਂ ਆਪਣੇ ਬਾਰ-ਬਾਰ ਆਪਣੇ ਭਾਸ਼ਣ ਵਿੱਚ ਜ਼ੋਰ ਦੇ ਕੇ ਦੱਸਿਆ ਕਿ ਸਾਰੇ ਸਿੱਖ ਇੱਕ ਨੇ। SGPC ਤਾਂ ਫਾਰਮ ਹੋਈ ਸੀ ਕਿਉਂਕਿ ਸਿੱਖਾਂ ਦੇ ਜਿਹੜੇ ਦੋ ਹਿੱਸੇ ਸੀ, ਇੱਕ ਦਲਿਤਾਂ ਦਾ, ਇੱਕ ਜਿਹੜੇ ਸੋ ਕਾਲਡ ਅਪਰ ਕਾਸਟ ਵਾਲਿਆਂ ਦਾ, ਉਹਨਾਂ ਨੂੰ ਮਿਲਾ ਦਿੱਤਾ ਗਿਆ। ਉਹਨਾਂ ਨੇ ਵੱਡਾ ਸੰਘਰਸ਼ ਕੀਤਾ। ਹੁਣ ਸਾਰੇ ਸਿੱਖ ਇੱਕ ਨੇ। ਮੈਂ ਤੁਹਾਡੇ ਤੋਂ ਇੱਕ ਸਵਾਲ ਪੁੱਛਣਾ ਚਾਹੁੰਦਾ ਕਿ ਜੇ ਸਾਰੇ ਸਿੱਖ ਇੱਕ ਨੇ ਤਾਂ ਫਿਰ ਪੰਜਾਬ ਦੇ ਪਿੰਡਾਂ ਵਿੱਚ ਅੱਜ ਵੀ ਫਿਰ ਦਲਿਤਾਂ ਦੇ ਜਾਂ ਫਿਰ ਦੂਜੀ ਜਿਹੜੀ ਕਾਸਟ ਨੇ ਉਹਨਾਂ ਦੇ ਗੁਰਦੁਆਰੇ ਅਲੱਗ-ਅਲੱਗ ਕਿਉਂ ਹੈ? ਤੁਸੀਂ ਕਾਫੀ ਸਮੇਂ ਤੇ ਕਾਰਜਕਾਰੀ ਜਥੇਦਾਰ ਹੋ। ਕੀ ਤੁਸੀਂ ਕੋਈ ਪ੍ਰਯਾਸ ਕੀਤਾ ਕਿ ਜਿਹੜੇ ਗੁਰਦੁਆਰੇ ਹੈ ਉਹਨਾਂ ਨੂੰ ਇੱਕ ਕਰ ਦਿੱਤਾ ਜਾਵੇ? ਇਹ ਊਂਚ ਨੀਚ ਛੋਟੀ ਵੱਡੀ ਵਾਲੀ ਜਿਹੜੀ ਗੱਲ ਹੈ ਤੁਸੀਂ ਉਹਨੂੰ ਖਤਮ ਕਰਨ ਦੀ ਗੱਲ ਕੀਤੀ? ਨਹੀਂ ਕੀਤੀ। ਤੀਜਾ ਸਵਾਲ ਤੁਹਾਡੇ ਤੇ ਇਹ ਹੈ ਕਿ ਤੁਹਾਨੂੰ ਪਤਾ ਹੈ ਕਿ ਆਮ ਸਿੱਖ ਡੈਮੋਕ੍ਰੇਸੀ ਵਿੱਚ ਬਿਲੀਵ ਕਰਦਾ, ਆਮ ਸਿੱਖ ਖਾਲਿਸਤਾਨ ਦੀ ਕੋਈ ਹਿਮਾਇਤ ਨਹੀਂ ਕਰਦੇ, ਤਾਂ ਫਿਰ ਤੁਸੀਂ ਬਾਰ-ਬਾਰ ਖਾਲਿਸਤਾਨ ਦੀ ਗੱਲ ਕਿਉਂ ਕਰਦੇ ਹੋ? ਤੁਸੀਂ RSS ਤੇ ਪ੍ਰਤੀਬੰਧ ਲਗਾਉਣ ਦੀ ਗੱਲ ਕਰ ਰਹੇ ਹੋ ਤੇ ਖਾਲਿਸਤਾਨੀਆਂ ਦਾ ਖੁੱਲ੍ਹੇਆਮ ਸਮਰਥਨ ਕਰ ਰਹੇ ਹੋ। ਇਹ ਕੀ ਕੋਈ ਜਵਾਬ ਹੈ ਤੁਹਾਡੇ ਕੋਲ? ਤੁਸੀਂ ਆਪਣੇ ਭਾਸ਼ਣ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ SGPC ਦਾ ਬੇਟਾ ਦੱਸਿਆ। ਠੀਕ ਹੈ, ਅਕਾਲੀ ਦਲ ਦੀ ਜਿਹੜੀ ਉਤਪੱਤੀ ਸੀ, ਅਕਾਲੀ ਦਲ ਦਾ ਜਿਹੜਾ ਓਰੀਜਨ ਹੈ ਉਹ SGPC ਦੇ ਨਾਲ ਜੁੜਿਆ ਹੋਇਆ ਕਿਉਂਕਿ SGPC ਦੇ ਚਲਦਿਆਂ ਹੀ ਅਕਾਲੀ ਦਲ ਪੈਦਾ ਹੋਇਆ। ਠੀਕ ਹੈ, ਲੇਕਿਨ ਤੁਸੀਂ ਅਕਾਲੀ ਦਲ ਦੀ ਹਿਮਾਇਤ ਜ਼ਰੂਰ ਕਰ ਰਹੇ ਹੋ। ਕੀ ਤੁਸੀਂ ਉਹਨਾਂ ਸਿੱਖਾਂ ਦੇ ਬਾਰੇ ਵੀ ਸੋਚਿਆ ਜਿਹੜੇ ਦੂਜੀਆਂ ਪਾਰਟੀਆਂ ਨਾਲ ਸੰਬੰਧ ਰੱਖਦੇ ਨੇ,
वो आम आदमी पार्टी होवे, वो कांग्रेस होवे, या फिर लोक इंसाफ पार्टी होए, या फिर दूजे छोटे मोटे दल, जे तुसी डेमोक्रेसी विच बिलीव करते हो तो फिर एक ही पार्टी एसजीपीसी दे नाल क्यों जुड़ी रहे? सारिਆਂ ਨੂੰ मौका मिलना चाहिए कि अकाली दल जे एसजीपीसी का बच्चा है तो उन्हें आरएसएस पार्टी नाल संबंध रखने वाली भारतीय जनता पार्टी दे नाल 20 सालों तक अलायंस क्यों रखा? क्यों उन्होंने सेंटर विच जाके भारतीय जनता पार्टी दे नाल हथ मिला के कैबिनेट मंत्रालय लिता? जो तुहानू यह मंजूर नहीं सी ते क्यों वो अलायंस का हिस्सा रहे? कि तुसी नहीं चाहते कि एसजीपीसी विच भी डेमोक्रेसी आए? एसजीपीसी दी हुण चोणां हो सकदियां ने बहुत छेती, क्योंकि एसजीपीसी के जिहड़े चोण कमिश्नर है उन्होंने अपॉइंटमेंट हो गया है। 2011 के बाद एसजीपीसी दी चोणां नहीं हुईयां। 100 साल हो गए एसजीपीसी नूं। कई विवाद भी एसजीपीसी दे नाल जुड़े हुए ने। बड़ा विवाद गुरु ग्रंथ साहब के 328 स्वरूपों की चोरी का है ते 450 स्वरूप कनाडा की एक बस में भिज के खराब हो गए सी। तुहानूं पता है कि एसजीपीसी पावन स्वरूपों का पब्लिकेशन करता है तो तुसी जिम्मेवारी फिक्स करने ते क्यों डर रहे हो? क्यों FIR नहीं होने देते? क्यों तुसी इस मामले नूं दबाउण विच लगे हुए हो? ज्ञानी हरप्रीत सिंह जी, तुसी इन सवालों का जवाब दिओ। तुसी एक बहुत बड़ी पवित्र धार्मिक संस्था श्री अकाल तख्त साहब की नुमाइंदगी करते हो। सारिਆਂ ते वड्डी तुहाडी पोस्ट है। तुसी विवादित जिहड़े बयान है उन्हां तो देने ते बचो। ते असीं अज दा बुलेटिन, अज दी डिस्कशन तुहानूं किहड़ी जी लगी सानूं जरूर दस्सिओ। सानूं तुहाडे सजैशनस दा बेसब्री नाल इंतजार है।